ਪਿਆਰੇ ਬੱਚਿਓ, 9ਵੀਂ ਕਲਾਸ ਦੀ ਸਮਾਜਿਕ ਸਿੱਖਿਆ ਦੀ ਰੋਜ਼ਾਨਾ ਅਸਾਈਨਮੈਂਟ ਵਿੱਚ ਪਿਛਲੇ ਕਾਫੀ ਦਿਨਾਂ ਤੋਂ ਆਪਾਂ ਭਾਰਤੀ ਲੋਕਤੰਤਰ ਦੀ ਸਥਾਪਨਾ ਅਤੇ ਸਰੂਪ ਬਾਰੇ ਪੜ੍ਹ ਰਹੇ ਹਾਂ। ਅੱਜ ਵੀ ਮਿਤੀ 10 ਅਕਤੂਬਰ ਦੀ ਰੋਜ਼ਾਨਾ ਅਸਾਈਨਮੈਂਟ ਇਹਦੇ ਨਾਲ ਹੀ ਸੰਬੰਧਿਤ ਆ। ਪ੍ਰਸਤਾਵਨਾ ਸੰਵਿਧਾਨ ਵਿੱਚ ਮਹੱਤਵਪੂਰਨ ਸਥਾਨ ਰੱਖਦੀ ਹੈ। ਪ੍ਰਸਤਾਵਨਾ ਤੋਂ ਸਾਨੂੰ ਸੰਵਿਧਾਨ ਦੇ ਸਰੂਪ ਦਾ ਪਤਾ ਲੱਗਦਾ ਹੈ। ਇਹ ਪ੍ਰਸਤਾਵਨਾ ਸਾਡੀ ਰਾਜਨੀਤਿਕ ਪ੍ਰਣਾਲੀ ਲਈ ਪ੍ਰੇਰਨਾ ਦਾ ਕੰਮ ਕਰਦੀ ਹੈ। 42ਵੀਂ ਸੋਧ ਦੁਆਰਾ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ 3 ਸ਼ਬਦਾਂ ਨੂੰ ਜੋੜਿਆ ਗਿਆ ਹੈ, ਜਿਵੇਂ ਸਮਾਜਵਾਦ, ਧਰਮ ਨਿਰਪੇਖਤਾ ਅਤੇ ਅਖੰਡਤਾ। ਸੰਵਿਧਾਨ ਦੀ ਪ੍ਰਸਤਾਵਨਾ ਤੋਂ ਸੰਵਿਧਾਨ ਦੇ ਉਦੇਸ਼ਾਂ ਅਤੇ ਸਿਧਾਂਤਾਂ ਦਾ ਪਤਾ ਲੱਗਦਾ ਹੈ। ਇਹ ਸੰਵਿਧਾਨ ਦਾ ਝਰੋਖਾ ਹੈ। ਪ੍ਰਸਤਾਵਨਾ ਨੂੰ ਸੰਵਿਧਾਨ ਦਾ ਇੱਕ ਅੰਗ ਮੰਨਿਆ ਜਾਂਦਾ ਹੈ, ਕਿਉਂਕਿ ਪ੍ਰਸਤਾਵਨਾ ਵਿੱਚ ਹੀ ਸੰਵਿਧਾਨ ਦੇ ਹੋਰ ਅਨੁਛੇਦਾਂ ਦੀ ਤਰ੍ਹਾਂ ਸੋਧ ਕੀਤੀ ਜਾ ਸਕਦੀ ਹੈ। ਪਰ ਸੰਵਿਧਾਨ ਦੀ ਪ੍ਰਸਤਾਵਨਾ ਨਿਆਂ ਸੰਗਤ ਨਹੀਂ। ਇਸ ਦਾ ਭਾਵ ਇਹ ਹੈ ਕਿ ਅਦਾਲਤਾਂ ਪ੍ਰਸਤਾਵਨਾ ਵਿੱਚ ਦਰਜ ਉਦੇਸ਼ਾਂ ਅਤੇ ਸਿਧਾਂਤਾਂ ਨੂੰ ਲਾਗੂ ਨਹੀਂ ਕਰਵਾ ਸਕਦੀਆਂ। ਪ੍ਰਸਤਾਵਨਾ ਭਾਰਤ ਨੂੰ ਇੱਕ ਪ੍ਰਭੂਸੱਤਾ ਸੰਪੰਨ ਸਮਾਜਵਾਦੀ ਲੋਕਤੰਤਰੀ ਧਰਮ ਨਿਰਪੱਖ ਗਣਰਾਜ ਘੋਸ਼ਿਤ ਕਰਦੀ ਹੈ। ਇਸ ਦੇ ਸਾਰੇ ਨਾਗਰਿਕਾਂ ਨੂੰ ਅਵਸਰ ਅਤੇ ਰੁਤਬੇ ਦੀ ਸਮਾਨਤਾ ਦਾ ਉਦੇਸ਼ ਦਰਸਾਉਂਦੀ ਹੈ। ਇਸ ਦੇ ਸਾਰੇ ਨਾਗਰਿਕਾਂ ਨੂੰ ਵਿਚਾਰ ਪ੍ਰਗਟਾਉਣ, ਵਿਸ਼ਵਾਸ ਅਤੇ ਉਪਾਸਨਾ ਦੀ ਆਜ਼ਾਦੀ ਦੇਣਾ ਯਕੀਨੀ ਬਣਾਉਂਦੀ ਹੈ। ਵਿਅਕਤੀਗਤ ਗੌਰਵ, ਦੇਸ਼ ਦੀ ਏਕਤਾ, ਅਖੰਡਤਾ ਦੇ ਆਦਰਸ਼ ਨੂੰ ਕਾਇਮ ਰੱਖਣ ਦੀ ਘੋਸ਼ਣਾ ਕਰਦੀ ਹੈ। ਸੋ ਬੱਚਿਓ, ਆ ਪ੍ਰਸਤਾਵਨਾ ਜੋ ਸੰਵਿਧਾਨ ਦੀ ਜਦੋਂ ਅਸੀਂ ਕਿਤਾਬ ਖੋਲ੍ਹਦੇ ਹਾਂ ਤਾਂ ਸਾਨੂੰ ਪਹਿਲੇ ਪੇਜ 'ਤੇ ਇੱਦਾਂ ਮਿਲਦਾ ਹੈ। ਇੰਗਲਿਸ਼ ਦੇ ਵਿੱਚ ਆ। ਇਹਦੇ ਬਾਰੇ ਅਸੀਂ ਪਹਿਲਾਂ ਪ੍ਰਸ਼ਨ ਵੀ ਪਿੱਛੇ ਕਰ ਚੁੱਕੇ ਹਾਂ, ਉਹਦਾ ਪੰਜਾਬੀ 'ਚ ਅਨੁਵਾਦ ਵੀ ਕਰ ਚੁੱਕੇ ਹਾਂ। ਅਤੇ ਪ੍ਰਸਤਾਵਨਾ ਕੀ ਦੱਸਦੀ ਹੈ? ਪ੍ਰਸਤਾਵਨਾ ਇਹ ਦੱਸਦੀ ਹੈ ਵੀ ਜੋ ਸੰਵਿਧਾਨ ਦੀ ਏਡੀ ਮੋਟੀ ਕਿਤਾਬ ਆ, ਉਹਦੇ ਵਿੱਚ ਕੀ ਕੁਛ ਲਿਖਿਆ ਗਿਆ ਹੈ ਅਤੇ ਕਿਹੜੀਆਂ ਗੱਲਾਂ ਨੂੰ ਸਾਹਮਣੇ ਰੱਖ ਕੇ ਸੰਵਿਧਾਨ ਬਣਾਇਆ ਗਿਆ ਹੈ ਅਤੇ ਕਿਹੜੀਆਂ ਚੀਜ਼ਾਂ ਨਾਗਰਿਕਾਂ ਨੂੰ ਦਿੱਤੀਆਂ ਗਈਆਂ, ਕਿਹੜੇ ਅਧਿਕਾਰ, ਕਿਹੜੇ ਕਰਤੱਵ ਆ ਨਾਗਰਿਕਾਂ ਦੇ, ਦੇਸ਼ ਨੂੰ ਚਲਾਉਣ ਲਈ ਸਰਕਾਰ ਦਾ ਕੀ ਫਰਜ਼ ਹੈ ਅਤੇ ਸਰਕਾਰ ਕਿਵੇਂ ਬਣਨੀ ਆ। ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਇਹ 'ਚ ਸ਼ਾਮਿਲ ਕੀਤੀਆਂ ਗਈਆਂ ਅਤੇ ਇਹ ਉਹਦਾ ਸਾਰ ਆ ਪ੍ਰਸਤਾਵਨਾ। ਪ੍ਰਸ਼ਨ: ਸੰਦੀਪ ਨੇ ਭਾਰਤ ਦੇ ਸੰਵਿਧਾਨ ਦੇ ਉਦੇਸ਼ਾਂ ਅਤੇ ਸਿਧਾਂਤਾਂ ਦੀ ਜਾਣਕਾਰੀ ਹਾਸਲ ਕਰਨੀ ਹੈ। ਇਹ ਜਾਣਕਾਰੀ ਉਸ ਨੂੰ ਕਿੱਥੋਂ ਮਿਲ ਸਕਦੀ ਹੈ? ਇਹ ਜਾਣਕਾਰੀ ਉਹਨੂੰ ਪ੍ਰਸਤਾਵਨਾ ਤੋਂ ਮਿਲ ਸਕਦੀ ਹੈ ਵੀ ਉਦੇਸ਼ ਅਤੇ ਸਿਧਾਂਤ ਕੀ ਆ ਭਾਰਤੀ ਸੰਵਿਧਾਨ ਦੇ। ਦੂਸਰਾ ਪ੍ਰਸ਼ਨ ਹੈ, 42ਵੀਂ ਸੋਧ ਰਾਹੀਂ ਕਿਹੜੇ 3 ਸ਼ਬਦਾਂ ਨੂੰ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਸ਼ਾਮਲ ਕੀਤਾ ਗਿਆ? ਸਮਾਜਵਾਦ, ਧਰਮ ਨਿਰਪੇਖਤਾ, ਅਖੰਡਤਾ, ਇਹ ਤਿੰਨੇ ਸ਼ਬਦ ਸ਼ਾਮਿਲ ਕੀਤੇ ਗਏ। ਇਸ ਕਰਕੇ ਇਹਦਾ ਉੱਤਰ ਆ ਉਪਰੋਕਤ ਸਾਰੇ। ਮੈਂ ਭਾਰਤ ਨੂੰ ਪ੍ਰਭੂਸੱਤਾ ਸੰਪੰਨ ਸਮਾਜਵਾਦੀ ਲੋਕਤੰਤਰੀ ਧਰਮ ਨਿਰਪੇਖ ਗਣਰਾਜ ਘੋਸ਼ਿਤ ਕਰਦੀ ਹਾਂ। ਦੱਸੋ ਮੈਂ ਕੌਣ ਹਾਂ? ਪ੍ਰਸਤਾਵਨਾ। ਸੋ ਇਹ 3 ਪ੍ਰਸ਼ਨਾਂ ਦੇ ਉੱਤਰ ਸੀ। ਖਾਲੀ ਥਾਂ ਡੈਸ਼ ਸੰਵਿਧਾਨ ਦਾ ਝਰੋਖਾ ਹੈ ਪ੍ਰਸਤਾਵਨਾ, ਕਿਉਂਕਿ ਪ੍ਰਸਤਾਵਨਾ ਦੀ ਗੱਲ ਹੋ ਰਹੀ ਹੈ। ਪ੍ਰਸਤਾਵਨਾ ਸੰਵਿਧਾਨ ਦਾ ਝਰੋਖਾ ਹੈ। ਝਰੋਖਾ ਤੋਂ ਮਤਲਬ ਹੈ ਵੀ ਸਭ ਕੁਝ ਦੱਸ ਦਿੰਦਾ ਹੈ। ਸੰਵਿਧਾਨ ਦੀ ਪ੍ਰਸਤਾਵਨਾ ਨਿਆਂ ਸੰਗਤ ਨਹੀਂ। ਨਿਆਂ ਸੰਗਤ ਤੋਂ ਭਾਵ ਹੈ ਵੀ ਅਸੀਂ ਜੋ ਇਹਦੇ ਵਿੱਚ ਲਿਖਿਆ ਆ ਉਹਨਾਂ ਉਦੇਸ਼ਾਂ ਨੂੰ ਜੇਕਰ ਸਰਕਾਰ ਨਹੀਂ ਪੂਰਾ ਕਰਦੀ ਤਾਂ ਉਹਦੀ ਪ੍ਰਾਪਤੀ ਲਈ ਅਦਾਲਤਾਂ ਵਿੱਚ ਨਹੀਂ ਜਾ ਸਕਦੇ। ਇਸ ਕਰਕੇ ਇਹਨੂੰ ਨਿਆਂ ਸੰਗਤ ਨਹੀਂ ਕਿਹਾ ਜਾਂਦਾ। ਅੱਗੇ ਕੁਛ ਪ੍ਰਸ਼ਨ ਹੈ ਬੱਚਿਓ ਜਿਹੜੇ ਪਾਠ ਪੜ੍ਹ ਚੁੱਕੇ ਉਹਨਾਂ ਨਾਲ ਸੰਬੰਧਿਤ 4 ਪ੍ਰਸ਼ਨ ਹੈ। ਇਕੱਲਾ ਪ੍ਰਸ਼ਨ ਅੱਗੇ ਕਰਦੇ ਹਾਂ ਆਪਾਂ ਡਿਟੇਲ ਦੇ ਵਿੱਚ। ਬਸਤੀਵਾਦ ਅਧੀਨ ਬਣੇ ਵਨ ਕਾਨੂੰਨਾਂ ਦਾ ਵਨ ਸਮਾਜ 'ਤੇ ਕੀ ਅਸਰ ਪਿਆ? ਵਨ ਸਮਾਜ ਕੀ ਆ? ਉਹ ਲੋਕ ਜੋ ਜੰਗਲਾਂ ਵਿੱਚ ਜਾਂ ਜੰਗਲਾਂ ਦੇ ਲਾਗੇ ਰਹਿੰਦੇ ਸੀ, ਉਹਨੂੰ ਵਨ ਸਮਾਜ ਕਿਹਾ ਜਾਂਦਾ ਹੈ। ਜਦੋਂ ਬਸਤੀਵਾਦ ਤੋਂ ਭਾਵ ਆ ਜਿਵੇਂ ਅੰਗਰੇਜ਼ਾਂ ਨੇ ਭਾਰਤ ਨੂੰ ਆਪਣੀ ਬਸਤੀ ਬਣਾਇਆ ਸੀ, ਯਾਨੀ ਕਿਸੇ ਹੋਰ ਦੇ ਦੇਸ਼ ਦੇ ਲੋਕ ਜੋ ਤੁਹਾਡੇ ਦੇਸ਼ 'ਤੇ ਆ ਕੇ ਕਬਜ਼ਾ ਕਰ ਲੈਂਦੇ ਤਾਂ ਉਹ ਬਸਤੀਵਾਦ ਹੋ ਜਾਂਦਾ ਹੈ। ਉੱਤਰ ਪਹਿਲਾ, ਝੂਮ ਖੇਤੀ ਕਰਨ ਵਾਲਿਆਂ ਨੂੰ। ਝੂਮ ਖੇਤੀ ਕਰਨ ਦੀ ਇੱਕ ਕਿਸਮ ਹੈ ਝੂਮ ਖੇਤੀ। ਦੇਖੋ ਝੂਮ ਖੇਤੀ ਕੀ ਹੁੰਦੀ ਹੈ, ਇਹਨੂੰ ਵੀ ਸਮਝ ਲਓ। ਜੰਗਲਾਂ ਦੇ ਵਿੱਚ ਜਿਹੜੇ ਲੋਕ ਰਹਿੰਦੇ ਸੀਗੇ ਉਹ ਜੰਗਲ ਦੇ ਇੱਕ ਹਿੱਸੇ ਨੂੰ ਸਾਫ਼ ਕਰਕੇ ਉੱਥੇ ਖੇਤੀ ਕਰਦੇ ਸੀ। ਕੁਛ ਚਿਰ ਖੇਤੀ ਕਰਨ ਤੋਂ ਬਾਅਦ ਉਹ
ਉਸ ਜਗ੍ਹਾ ਨੂੰ ਛੱਡ ਕੇ ਦੂਜੀ ਜਗ੍ਹਾ 'ਤੇ ਚਲੇ ਜਾਂਦੇ ਸੀ ਅਤੇ ਜਿੱਥੇ ਉਹ ਖੇਤੀ ਕਰਦੇ ਸੀ ਉੱਥੇ ਉਹ ਦਰਖਤ ਲਾ ਜਾਂਦੇ ਸੀ, ਬੂਟੇ ਲਾ ਜਾਂਦੇ ਸੀ, ਜੋ ਹੌਲੀ ਹੌਲੀ 10-15 ਸਾਲਾਂ 'ਚ ਫਿਰ ਵੱਧ ਕੇ ਜੰਗਲ ਬਣ ਜਾਂਦੇ ਸੀ ਅਤੇ ਦੂਜੀ ਥਾਂ 'ਤੇ ਜਾ ਕੇ ਲੱਕੜਾਂ ਕੱਟ ਕੇ ਫਿਰ ਜੰਗਲ ਨੂੰ ਖੇਤੀਯੋਗ ਬਣਾਉਂਦੇ, ਉਹਨੂੰ ਝੂਮ ਖੇਤੀ ਕਹਿੰਦੇ ਸੀ। ਕਿਉਂਕਿ ਹੁੰਦਾ ਕੀ ਸੀਗਾ, ਜਦੋਂ ਇੱਕ ਥਾਂ 'ਤੇ ਖੇਤੀ ਵਾਰ-ਵਾਰ ਕਰਦੇ ਸੀਗੇ ਅਤੇ ਉਹਦੀ ਉਪਜਾਊ ਸ਼ਕਤੀ ਬਾਅਦ 'ਚ ਘੱਟ ਜਾਂਦੀ ਸੀ। ਜਦੋਂ ਘੱਟ ਜਾਂਦੀ ਸੀ ਫਿਰ ਉਹ ਛੱਡ ਕੇ ਇੱਕ ਦੂਜੀ ਥਾਂ ਚਲ ਜਾਂਦੇ ਸੀ। ਉਹ ਹੈ ਝੂਮ ਖੇਤੀ। ਅਤੇ ਕੀ ਫਰਕ ਪਿਆ ਝੂਮ ਖੇਤੀ ਵਾਲਿਆਂ ਨੂੰ? ਬਸਤੀਵਾਦੀ ਸ਼ਾਸਕਾਂ ਨੇ ਝੂਮ ਖੇਤੀ 'ਤੇ ਰੋਕ ਲਾ ਦਿੱਤੀ। ਇਸ ਤਰ੍ਹਾਂ ਦੀ ਖੇਤੀ ਕਰਨ ਵਾਲੇ ਜਨ ਸਮੁਦਾਵਾਂ ਨੂੰ ਉਹਨਾਂ ਦੇ ਘਰਾਂ ਤੋਂ ਜ਼ਬਰਦਸਤੀ ਵਿਸਥਾਪਿਤ ਕਰ ਦਿੱਤਾ। ਸਿੱਟੇ ਵਜੋਂ ਕੁਝ ਕਿਸਾਨਾਂ ਨੂੰ ਆਪਣਾ ਵਿਵਸਾਏ ਬਦਲਣਾ ਪਿਆ ਅਤੇ ਕੁਝ ਨੇ ਇਸ ਦੇ ਵਿਰੋਧ ਵਿੱਚ ਵਿਦਰੋਹ ਕਰ ਦਿੱਤਾ। ਦੂਸਰਾ, ਘੁਮੱਕੜ ਅਤੇ ਚਰਵਾਹਾ ਸਮੁਦਾਇਆਂ ਨੂੰ। ਘੁਮੱਕੜ ਜਿਹੜੇ ਘੁੰਮ ਕੇ ਇੱਕ ਥਾਂ 'ਤੇ ਨਹੀਂ ਰਹਿੰਦੇ, ਜਿਵੇਂ ਕੋਈ ਬੱਕਰੀਆਂ ਪਾਲਦਾ, ਜਾਂ ਜਿਵੇਂ ਆਪਾਂ ਦੇਖਦੇ ਹਾਂ ਗੁੱਜਰ ਜਿਹੜੇ ਆ, ਇਹ ਵੀ ਜਿਹੜੇ ਆਪਣੇ ਸਥਾਨ ਬਦਲਦੇ ਰਹਿੰਦੇ ਆ। ਵਨ ਪ੍ਰਬੰਧਨ ਦੇ ਨਵੇਂ ਕਾਨੂੰਨ ਬਣਨ ਨਾਲ ਸਥਾਨਕ ਲੋਕਾਂ ਦੁਆਰਾ ਵਨਾਂ ਵਿੱਚ ਪਸ਼ੂ ਚਰਾਉਣ ਅਤੇ ਸ਼ਿਕਾਰ ਕਰਨ 'ਤੇ ਰੋਕ ਲਗਾ ਦਿੱਤੀ। ਸਿੱਟੇ ਵਜੋਂ ਕਈ ਘੁਮੱਕੜ ਅਤੇ ਚਰਵਾਹਾ ਸਮੁਦਾਇਆਂ ਦੀ ਰੋਜ਼ੀ ਖੁੱਸ ਗਈ। ਅਜਿਹਾ ਮੁੱਖ ਤੌਰ 'ਤੇ ਮਦਰਾਸ ਪ੍ਰੈਜ਼ੀਡੈਂਸੀ ਦੇ ਕੋਰਾਵਾ, ਕਰਾਚਾ ਅਤੇ ਯੋਰੂਕੁਲਾ ਸਮੁਦਾਇਆਂ ਨਾਲ ਵਾਪਰਿਆ। ਮਜਬੂਰ ਹੋ ਕੇ ਉਹਨਾਂ ਨੂੰ ਕਾਰਖਾਨਿਆਂ, ਖਾਣਾਂ ਅਤੇ ਬਾਗਾਨਾਂ ਵਿੱਚ ਕੰਮ ਕਰਨਾ ਪਿਆ। ਅਜਿਹੇ ਕੁਝ ਸਮੁਦਾਇਆਂ ਨੂੰ ਅਪਰਾਧੀ ਕਬੀਲੇ ਵੀ ਕਿਹਾ ਜਾਣ ਲੱਗਾ। ਤੀਸਰਾ, ਲੱਕੜੀ ਅਤੇ ਵਨ ਉਤਪਾਦਾਂ ਦਾ ਵਪਾਰ ਕਰਨ ਵਾਲੀਆਂ ਕੰਪਨੀਆਂ ਨੂੰ। ਵਨਾਂ 'ਤੇ ਵਨ ਵਿਭਾਗ ਦਾ ਨਿਯੰਤਰਣ ਕਾਇਮ ਹੋ ਜਾਣ ਤੋਂ ਬਾਅਦ ਵਨ ਉਤਪਾਦਾਂ, ਸਖਤ ਲੱਕੜੀ, ਰਬੜ ਆਦਿ ਦੇ ਵਪਾਰ 'ਤੇ ਜ਼ੋਰ ਮਿਲਿਆ। ਇਸ ਕੰਮ ਲਈ ਕਈ ਵਪਾਰਿਕ ਕੰਪਨੀਆਂ ਕਾਇਮ ਹੋ ਗਈਆਂ। ਇਹ ਸਥਾਨਕ ਲੋਕਾਂ ਤੋਂ ਮਹੱਤਵਪੂਰਨ ਵਨ ਉਤਪਾਦ ਖਰੀਦ ਕੇ ਉਹਨਾਂ ਦਾ ਨਿਰਯਾਤ ਕਰਨ ਲੱਗੀਆਂ ਅਤੇ ਭਾਰੀ ਮੁਨਾਫਾ ਕਮਾਉਣ ਲੱਗੀਆਂ। ਭਾਰਤ ਵਿੱਚ ਬ੍ਰਿਟਿਸ਼ ਸਰਕਾਰ ਨੇ ਕੁਝ ਵਿਸ਼ੇਸ਼ ਖੇਤਰਾਂ ਵਿੱਚ ਇਸ ਵਪਾਰ ਦੇ ਅਧਿਕਾਰ ਵੱਡੀਆਂ ਯੂਰਪੀ ਕੰਪਨੀਆਂ ਨੂੰ ਦੇ ਦਿੱਤੇ। ਇਸ ਤਰ੍ਹਾਂ ਵਨ ਉਤਪਾਦਾਂ ਦੇ ਵਪਾਰ 'ਤੇ ਅੰਗਰੇਜ਼ੀ ਸਰਕਾਰ ਦਾ ਨਿਯੰਤਰਣ ਕਾਇਮ ਹੋ ਗਿਆ। ਬਾਗਾਨ ਮਾਲਕਾਂ ਨੂੰ। ਬ੍ਰਿਟੇਨ ਵਿੱਚ ਚਾਹ, ਕਾਹਵਾ, ਰਬੜ ਆਦਿ ਦੀ ਬਹੁਤ ਮੰਗ ਸੀ। ਇਸ ਲਈ ਭਾਰਤ ਵਿੱਚ ਇਹਨਾਂ ਉਤਪਾਦਾਂ ਦੇ ਵੱਡੇ ਬਾਗਾਨ ਲਗਾਏ ਗਏ। ਬਾਗਾਨ ਮਤਲਬ ਬਾਗ ਲਾਏ ਗਏ। ਇਹਨਾਂ ਬਾਗਾਨਾਂ ਦੇ ਮਾਲਕ ਮੁੱਖ ਤੌਰ 'ਤੇ ਅੰਗਰੇਜ਼ ਸਨ। ਉਹ ਮਜ਼ਦੂਰਾਂ ਦਾ ਖੂਬ ਸ਼ੋਸ਼ਣ ਕਰਦੇ ਸਨ ਅਤੇ ਇਹਨਾਂ ਉਤਪਾਦਾਂ ਦੇ ਨਿਰਯਾਤ ਤੋਂ ਖੂਬ ਪੈਸਾ ਕਮਾਉਂਦੇ ਸਨ। ਸ਼ਿਕਾਰ ਖੇਡਣ ਵਾਲੇ ਰਾਜਿਆਂ ਅਤੇ ਅੰਗਰੇਜ਼ ਅਫਸਰਾਂ ਨੂੰ। ਨਵੇਂ ਵਨ ਕਾਨੂੰਨਾਂ ਦੁਆਰਾ ਵਨਾਂ ਵਿੱਚ ਸ਼ਿਕਾਰ ਕਰਨ 'ਤੇ ਰੋਕ ਲਾ ਦਿੱਤੀ ਗਈ। ਜੋ ਕੋਈ ਵੀ ਸ਼ਿਕਾਰ ਕਰਦੇ ਫੜਿਆ ਜਾਂਦਾ ਸੀ, ਉਸ ਨੂੰ ਸਜ਼ਾ ਦਿੱਤੀ ਜਾਂਦੀ ਸੀ। ਹੁਣ ਹਿੰਸਕ ਜਾਨਵਰਾਂ ਦਾ ਸ਼ਿਕਾਰ ਕਰਨਾ ਰਾਜਿਆਂ ਅਤੇ ਰਾਜਕੁਮਾਰਾਂ ਲਈ ਇੱਕ ਖੇਡ ਬਣ ਗਈ। ਮੁਗਲ ਕਾਲ ਦੇ ਕਈ ਚਿੱਤਰਾਂ ਵਿੱਚ ਸਮਰਾਟਾਂ ਅਤੇ ਰਾਜਕੁਮਾਰਾਂ ਨੂੰ ਸ਼ਿਕਾਰ ਕਰਦੇ ਦਿਖਾਇਆ ਗਿਆ ਹੈ। ਬ੍ਰਿਟਿਸ਼ ਕਾਲ ਵਿੱਚ ਹਿੰਸਕ ਜਾਨਵਰਾਂ ਦਾ ਸ਼ਿਕਾਰ ਵੱਡੇ ਪੱਧਰ 'ਤੇ ਹੋਣ ਲੱਗਾ। ਇਸ ਦਾ ਕਾਰਨ ਇਹ ਸੀ ਕਿ ਅੰਗਰੇਜ਼ ਅਫਸਰ ਹਿੰਸਕ ਜਾਨਵਰਾਂ ਨੂੰ ਮਾਰਨਾ ਸਮਾਜ ਹਿੱਤ ਵਿੱਚ ਸਮਝਦੇ ਸਨ। ਉਹਨਾਂ ਦਾ ਮੰਨਣਾ ਸੀ ਕਿ ਇਹ ਜਾਨਵਰ ਖੇਤੀ ਕਰਨ ਵਾਲਿਆਂ ਲਈ ਖਤਰਾ ਪੈਦਾ ਕਰਦੇ ਹਨ। ਇਸ ਲਈ ਉਹ ਵੱਧ ਤੋਂ ਵੱਧ ਬਾਘਾਂ, ਚੀਤਿਆਂ ਅਤੇ ਬਘਿਆੜਾਂ ਨੂੰ ਮਾਰਨ ਲਈ ਇਨਾਮ ਦਿੰਦੇ ਸਨ। ਸਿੱਟੇ ਵਜੋਂ 1875 ਤੋਂ 1925 ਈਸਵੀ ਤੱਕ, ਇਸ ਸਮੇਂ ਦੌਰਾਨ ਇਨਾਮ ਪਾਉਣ ਲਈ 80,000 ਬਾਘਾਂ, 1,50,000 ਚੀਤਿਆਂ ਅਤੇ 2 ਲੱਖ ਬਘਿਆੜਾਂ ਨੂੰ ਮਾਰ ਦਿੱਤਾ ਗਿਆ। ਮਹਾਰਾਜਾ ਸਰਗੁਜਾ ਨੇ ਇਕੱਲੇ 1157 ਬਾਘਾਂ ਅਤੇ 2,000 ਚੀਤਿਆਂ ਨੂੰ ਸ਼ਿਕਾਰ ਬਣਾਇਆ। ਜਾਰਜ ਯੂਲ ਨਾਂ ਦੇ ਇੱਕ ਬ੍ਰਿਟਿਸ਼ ਸ਼ਾਸਕ ਨੇ 400 ਬਾਘਾਂ ਨੂੰ ਮਾਰਿਆ। ਅਗਲਾ ਪ੍ਰਸ਼ਨ ਹੈ, ਭਾਰਤ ਇੱਕ ਧਰਮ ਨਿਰਪੱਖ ਦੇਸ਼ ਹੈ। ਇਸ ਕਥਨ ਦੀ ਵਿਆਖਿਆ ਕਰੋ। ਧਰਮ ਨਿਰਪੱਖ। ਧਰਮ ਨਿਰਪੱਖ, ਪੱਖ ਹੁੰਦਾ ਕਿਸੇ ਦੀ ਸਾਈਡ ਲੈਣਾ, ਨਿਰਪੱਖ ਕਿਸੇ ਦੀ ਸਾਈਡ ਨਾ ਲੈਣਾ। ਧਰਮ ਨਿਰਪੱਖ ਤੋਂ ਭਾਵ ਹੈ ਵੀ ਸਾਡਾ ਜਿਹੜਾ ਦੇਸ਼ ਆ, ਇਹਦਾ ਕੋਈ ਦੇਸ਼ ਦਾ ਕੋਈ ਆਪਣਾ ਧਰਮ ਨਹੀਂ ਹੈਗਾ। ਇਹ ਸਾਰੇ ਧਰਮਾਂ ਨੂੰ ਬਰਾਬਰ ਮੰਨਦਾ। ਇਸ ਗੱਲ ਨੂੰ ਸਮਝ ਕੇ ਰੱਖਿਓ ਵੀ ਭਾਰਤ ਇੱਕ ਧਰਮ ਨਿਰਪੱਖ ਦੇਸ਼ ਹੈ। ਭਾਰਤ ਇੱਕ ਧਰਮ ਨਿਰਪੱਖ ਰਾਜ ਹੈ। ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਸਪਸ਼ਟ ਰੂਪ ਨਾਲ ਭਾਰਤ ਨੂੰ ਧਰਮ ਨਿਰਪੱਖ ਰਾਜ ਘੋਸ਼ਿਤ ਕੀਤਾ ਗਿਆ ਹੈ। ਭਾਰਤ ਦਾ ਆਪਣਾ ਕੋਈ ਧਰਮ ਨਹੀਂ ਹੈ। ਭਾਰਤ ਦੇ ਸਾਰੇ ਲੋਕਾਂ ਨੂੰ ਧਰਮ ਦੀ ਸੁਤੰਤਰਤਾ ਦਾ ਅਧਿਕਾਰ ਦਿੱਤਾ ਗਿਆ ਹੈ। ਧਰਮ ਦੇ ਆਧਾਰ 'ਤੇ ਨਾਗਰਿਕਾਂ ਵਿੱਚ ਕੋਈ ਭੇਦਭਾਵ ਨਹੀਂ ਕੀਤਾ ਜਾਂਦਾ। ਸਾਰੇ ਨਾਗਰਿਕਾਂ ਨੂੰ ਆਪਣੀ ਮਰਜ਼ੀ ਨਾਲ ਕਿਸੇ ਵੀ ਧਰਮ ਨੂੰ ਅਪਣਾਉਣ ਜਾਂ ਉਪਾਸਨਾ ਕਰਨ ਦੀ ਸੁਤੰਤਰਤਾ ਹੈ।
ਤੀਸਰਾ ਪ੍ਰਸ਼ਨ ਹੈ, ਉੱਤਰੀ ਭਾਰਤ ਤੇ ਦੱਖਣੀ ਭਾਰਤ ਦੀਆਂ ਨਦੀਆਂ ਦੇ ਆਰਥਿਕ ਪੱਖੋਂ ਉਪਯੋਗਾਂ ਦੀ ਚਰਚਾ ਕਰੋ। ਉਪਾਗਾਂ ਲਿਖਿਆ, ਉਪਯੋਗਾਂ ਆ, ਥੋੜ੍ਹਾ ਜਿਹਾ ਸਪੈਲਿੰਗ ਮਿਸਟੇਕ ਹੈ। ਕਿਸੇ ਵੀ ਦੇਸ਼ ਦੀ ਅਰਥ-ਵਿਵਸਥਾ ਵਿੱਚ ਨਦੀਆਂ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਭਾਰਤ ਦੀਆਂ ਨਦੀਆਂ ਵੀ ਉਸੇ ਤਰ੍ਹਾਂ ਦੀਆਂ ਹਨ। ਇਹ ਉੱਤਰੀ ਮੈਦਾਨਾਂ ਨੂੰ ਉਪਜਾਊ ਬਣਾਉਂਦੀਆਂ ਹਨ। ਇਹ ਸਿੰਚਾਈ ਲਈ ਪੀਣ ਲਈ ਪਾਣੀ ਦਿੰਦੀਆਂ ਹਨ। ਇਹ ਆਵਾਜਾਈ ਲਈ ਵੀ ਉਪਯੋਗੀ ਹੁੰਦੀਆਂ ਹਨ। ਭਾਰਤੀ ਅਰਥਤਾ ਵਿੱਚ ਇਹਨਾਂ ਦਾ ਮਹੱਤਵ ਇਸ ਪ੍ਰਕਾਰ ਹੈ। ਸੋ ਬੱਚਿਓ, ਤੁਹਾਨੂੰ ਪਤਾ ਹੀ ਵੀ ਨਦੀਆਂ ਜਿਹੜੀਆਂ ਭਾਰਤ ਵਿੱਚ ਬਹੁਤ ਸਾਰੀਆਂ ਨਦੀਆਂ ਆ, ਆਪਾਂ ਲੈਸਨ ਪੜ੍ਹਿਆ ਇਹਦੇ। ਅਤੇ ਉਹ ਨਦੀਆਂ ਦਾ ਕੰਮ ਕੀ ਆ, ਅਸੀਂ ਨਦੀਆਂ ਤੋਂ ਪਾਣੀ ਪ੍ਰਾਪਤ ਕਰਦੇ ਹਾਂ, ਖੇਤਾਂ ਦੇ ਲਈ ਪੀਣ ਲਈ ਪਾਣੀ ਵਰਤਦੇ ਹਾਂ, ਫਿਰ ਬਿਜਲੀ ਤਿਆਰ ਹੁੰਦੀ ਆ, ਫਿਰ ਮੱਛੀਆਂ ਪਾਲੀਆਂ ਜਾਂਦੀਆਂ ਆ, ਬੜੇ ਕੰਮ ਜਿਹੜੇ ਆ ਪਾਣੀ ਦੇ ਰਾਹੀਂ, ਉਹਨਾਂ ਦੇ ਰਾਹੀਂ ਆਪਾਂ ਕਰਦੇ ਹਾਂ। ਪਹਿਲਾ ਹੈ ਜਲੋੜ ਮਿੱਟੀ। ਨਦੀਆਂ ਉਪਜਾਊ ਜਲੋੜ ਮਿੱਟੀ ਬਣਾਉਂਦੀਆਂ ਹਨ। ਇਸ ਤਰ੍ਹਾਂ ਦੀ ਮਿੱਟੀ ਨਦੀਆਂ ਨਾਲ ਆਈ ਰੇਤ ਅਤੇ ਖਣਿਜਾਂ ਨਾਲ ਬਣਦੀ ਹੈ। ਨਦੀਆਂ ਹਰੇਕ ਸਾਲ ਮਿੱਟੀ ਦੀਆਂ ਨਵੀਆਂ ਪਰਤਾਂ ਵਿਛਾਉਂਦੀਆਂ ਹਨ, ਇਸ ਲਈ ਇਹ ਮਿੱਟੀ ਉਪਜਾਊ ਹੁੰਦੀ ਹੈ। ਇਹ ਮਿੱਟੀ ਉੱਤਰ ਭਾਰਤ ਦੇ ਪ੍ਰਦੇਸ਼ਾਂ ਵਿੱਚ ਮਿਲਦੀ ਹੈ। ਇਹ ਮਿੱਟੀ ਖੇਤੀ ਲਈ ਬਹੁਤ ਉਪਯੋਗੀ ਹੁੰਦੀ ਹੈ। ਹੁਣ ਨਦੀਆਂ ਕੀ ਕਰਦੀਆਂ, ਜਦੋਂ ਨਦੀਆਂ 'ਚ ਹੜ੍ਹ ਆਉਂਦੇ ਆ ਤਾਂ ਉਹਦੇ ਨਾਲ ਜਿਹੜੀ ਪਾਣੀ ਦੇ ਨਾਲ ਮਿੱਟੀ ਵੀ ਜਿਹੜੀ ਪਿੱਛੋਂ ਵਹਿ ਕੇ ਆਈ ਹੁੰਦੀ ਆ, ਉਹ ਖੇਤਾਂ ਦੇ ਵਿੱਚ ਉਹਦੀ ਨਵੀਂ ਪਰਤ ਉੱਤੇ ਖਿਲਰ ਜਾਂਦੀ ਆ। ਉਹ ਮਿੱਟੀ ਬੜੀ ਉਪਯੋਗ ਹੁੰਦੀ ਹੈ। ਜਿਹੜੇ ਉੱਤਰ ਦੇ ਵਿਸ਼ਾਲ ਮੈਦਾਨ ਹੈ, ਸਾਰੇ ਦੇ ਸਾਰੇ ਜਲੋੜ ਮਿੱਟੀ ਤੋਂ ਬਣੇ ਹੋਏ ਆ। ਸਿੰਧ, ਗੰਗਾ ਅਤੇ ਬ੍ਰਹਮਪੁੱਤਰ, ਇਹ ਤਿੰਨ ਦਰਿਆਵਾਂ ਨੇ ਜਿਹੜੇ ਉੱਤਰ ਦੇ ਵਿਸ਼ਾਲ ਮੈਦਾਨ ਬਣਾਏ ਆ। ਇਸੇ ਕਰਕੇ ਇਹ ਸਾਰੇ ਉਪਯੋਗੀ ਆ, ਬਹੁਤ ਉਪਜਾਊ ਆ। ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਝਾਰਖੰਡ, ਬਿਹਾਰ, ਇਹ ਸਾਰਾ ਜਿਹੜਾ ਖੇਤਰ ਬਹੁਤ ਉਪਜਾਊ ਆ। ਦੂਸਰਾ, ਮਨੁੱਖੀ ਸੱਭਿਅਤਾ ਦਾ ਵਿਕਾਸ। ਨਦੀਆਂ ਪ੍ਰਾਚੀਨ ਕਾਲ ਤੋਂ ਮਨੁੱਖੀ ਸੱਭਿਅਤਾ ਦੇ ਵਿਕਾਸ ਅਤੇ ਪ੍ਰਗਤੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਰਹੀਆਂ ਹਨ। ਭਾਰਤ ਦੀ ਪਹਿਲੀ ਮਹਾਨ ਸੱਭਿਅਤਾ ਸਿੰਧੂ ਘਾਟੀ ਦੀ ਸੱਭਿਅਤਾ ਨਦੀ ਦੇ ਲਾਗੇ ਹੀ ਸ਼ੁਰੂ ਹੋਈ ਸੀ। ਅਸਲ ਵਿੱਚ ਨਦੀਆਂ ਨੇ ਸ਼ੁਰੂ ਤੋਂ ਹੀ ਲੋਕਾਂ ਦੇ ਜੀਵਨ ਦੇ ਵਿਕਾਸ ਅਤੇ ਜੀਵਨ ਦੇ ਪ੍ਰਤੀ ਆਦਰਸ਼ ਸਥਿਤੀਆਂ ਪ੍ਰਦਾਨ ਕੀਤੀਆਂ। ਮਨੁੱਖੀ ਬਸਤੀਆਂ ਨਦੀਆਂ ਦੇ ਨੇੜੇ ਸ਼ੁਰੂ ਹੋਈਆਂ। ਨਦੀਆਂ ਦੇ ਨੇੜੇ ਲੋਕ ਕਣਕ, ਚਾਵਲ ਪੈਦਾ ਕਰਨ ਲੱਗ ਪਏ। ਇੱਥੋਂ ਦੀ ਰੇਤ ਵਿੱਚ ਮਿਲਿਆ ਸੋਨਾ, ਤਾਂਬਾ, ਲੋਹਾ ਆਦਿ ਲੋਕਾਂ ਨੂੰ ਪ੍ਰਾਪਤ ਹੋਏ। ਤੀਸਰਾ, ਬਹੁਮੰਤਵੀ ਯੋਜਨਾਵਾਂ ਅਤੇ ਸਿੰਚਾਈ ਨਹਿਰਾਂ। ਕਈ ਨਦੀਆਂ ਉੱਤੇ ਬਹੁਮੰਤਵੀ ਪਰਿਯੋਜਨਾਵਾਂ ਬਣਾਈਆਂ ਗਈਆਂ ਹਨ। ਪੰਡਿਤ ਜਵਾਹਰ ਲਾਲ ਨਹਿਰੂ ਨੇ ਡੈਮਾਂ ਨੂੰ ਆਧੁਨਿਕ ਭਾਰਤ ਦਾ ਮੰਦਰ ਵੀ ਕਿਹਾ ਸੀ। ਇਹ ਡੈਮ ਲੋਕਾਂ ਦੀਆਂ ਵੱਖ-ਵੱਖ ਜ਼ਰੂਰਤਾਂ ਨੂੰ ਪੂਰਾ ਕਰਦੇ ਹਨ। ਸਿੰਚਾਈ, ਬਿਜਲੀ ਉਤਪਾਦਨ, ਹੜ੍ਹ ਨਿਯੰਤਰਣ, ਮੱਛਲੀ ਪਾਲਣ ਆਦਿ ਵਰਗੀਆਂ ਜ਼ਰੂਰਤਾਂ ਨਹਿਰਾਂ ਉੱਤੇ ਬਣੇ ਡੈਮਾਂ ਤੋਂ ਹੀ ਪੂਰੀਆਂ ਹੁੰਦੀਆਂ ਹਨ। ਪੀਣ ਦਾ ਪਾਣੀ। ਨਦੀਆਂ ਪੀਣ ਦੇ ਪਾਣੀ ਦਾ ਮੁੱਖ ਸਰੋਤ ਹਨ। ਵੱਡੇ ਵੱਡੇ ਸ਼ਹਿਰਾਂ ਵਿੱਚ ਪੀਣ ਦਾ ਪਾਣੀ ਦੀ ਸਪਲਾਈ ਨਦੀਆਂ ਦੇ ਪਾਣੀ ਤੋਂ ਹੀ ਕੀਤੀ ਜਾਂਦੀ ਹੈ। ਇਸ ਪਾਣੀ ਨੂੰ ਸਾਫ਼ ਕਰਕੇ ਪੀਣ ਦੇ ਯੋਗ ਬਣਾਇਆ ਜਾਂਦਾ ਹੈ। ਸੋ ਇਹ ਸੀ ਨਦੀਆਂ ਦਾ ਮਹੱਤਵ। ਆਰਥਿਕ ਤੌਰ ਦੇ ਉੱਤੇ ਬਹੁਤ ਉਪਯੋਗੀ ਆ ਕਿਸੇ ਵੀ ਦੇਸ਼ ਦੀ ਅਰਥ ਵਿਵਸਥਾ ਲਈ। ਚੌਥਾ ਅਤੇ ਆਖਰੀ ਪ੍ਰਸ਼ਨ ਹੈ, ਰਾਸ਼ਟਰੀ ਪੇਂਡੂ ਰੁਜ਼ਗਾਰ ਗਰੰਟੀ ਐਕਟ 2005 ਦੀਆਂ ਮੁੱਖ ਵਿਸ਼ੇਸ਼ਤਾਵਾਂ ਕਿਹੜੀਆਂ ਹਨ? ਰਾਸ਼ਟਰੀ ਪੇਂਡੂ ਰੁਜ਼ਗਾਰ ਐਕਟ 2005 ਸਾਲ ਵਿੱਚ 100 ਦਿਨ ਦੇ ਰੁਜ਼ਗਾਰ ਦੀ ਗਰੰਟੀ ਦਿੰਦਾ ਹੈ। 100 ਦਿਨ ਪਿੰਡ ਦੇ ਹਰੇਕ ਬੰਦੇ ਨੂੰ ਕੰਮ ਮਿਲੇਗਾ, ਇਸ ਗੱਲ ਦੀ ਗਰੰਟੀ ਇਹ ਐਕਟ ਦਿੰਦਾ ਆ। ਇਹ ਪੇਂਡੂ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਰੁਜ਼ਗਾਰ ਦੀ ਸੁਰੱਖਿਆ ਦਿੰਦਾ। ਇਸ ਵਿੱਚ ਕੁੱਲ ਰੁਜ਼ਗਾਰ ਦਾ 1/3 ਭਾਗ ਔਰਤਾਂ ਲਈ ਰਾਖਵਾਂ ਆ। ਕੇਂਦਰ ਅਤੇ ਰਾਜ ਸਰਕਾਰਾਂ ਮਿਲ ਕੇ ਰੁਜ਼ਗਾਰ ਗਰੰਟੀ ਲਈ ਕਾਰਜ ਦਾ ਨਿਰਧਾਰਨ ਕਰਨਗੀਆਂ। ਸੋ ਇਹ ਸੀ ਸਾਡੀ ਅੱਜ ਦੀ ਰੋਜ਼ਾਨਾ ਅਸਾਈਨਮੈਂਟ 9ਵੀਂ ਦੀ। ਬੱਚਿਓ, ਧਿਆਨ ਦੇ ਨਾਲ ਤੁਸੀਂ ਜੇ ਕੰਮ ਕਰਦੇ ਰਹੋਗੇ ਤਾਂ ਮੈਨੂੰ ਲੱਗਦਾ ਆ ਵੀ ਤੁਹਾਡੇ ਜਿਹੜੇ ਆ ਸਾਰੇ ਸਾਲ ਦੇ ਜੋ ਵੀ ਜਿੰਨਾ ਸਮਾਂ ਤੁਹਾਡਾ ਜਿਹੜਾ ਆ ਵਿਅਰਥ ਗਿਆ ਆ ਕਰੋਨਾ ਦੇ ਕਾਰਨ, ਅਤੇ ਜੇ ਧਿਆਨ ਨਾਲ ਸਾਰਾ ਕੁਛ ਕੀਤਾ ਜਾਊਗਾ ਤਾਂ ਤੁਹਾਡੀ ਤਿਆਰੀ ਬਹੁਤ ਵਧੀਆ ਹੋ ਜਾਊਗੀ ਮਾਰਚ ਦੇ ਪੇਪਰਾਂ ਦੇ ਲਈ। ਧੰਨਵਾਦ।